Good morning students. Today we start functions of stat. First chapter ਦਾ last topic है कि functions and importance of stat कि stat ਦੇ ਕੰਮ ਕੀ ਨੇ। First ਕੰਮ ਕੀ ਹੈ, first function quantitative expression of economic problem कि ਜਿਹੜੀ ਇਹਦਾ meaning ਕੀ ਹੈ ਕਿ ਜਿਹੜੀਆਂ ਵੀ economic problems ਨੇ ਉਹਨਾਂ ਨੂੰ ਕੁਆਂਟਿਟੀ ਦੇ ਅਕੋਰਡਿੰਗ ਐਕਸਪ੍ਰੈਸ ਕਰਨਾ, ਉਹਨਾਂ ਦੀ ਕੀ ਕੁਆਂਟਿਟੀ ਹੈ, ਕਿੱਦਾਂ ਦੀ ਉਹਦੀ ਮਾਤਰਾ ਉਸ ਅਕੋਰਡਿੰਗ ਐਕਸਪ੍ਰੈਸ ਕਰਨਾ। ਜਿੱਦਾਂ ਮੰਨ ਲਓ कि अपने इंडिया ਦੇ ਵਿੱਚ ਅਨਇੰਪਲੋਇਮੈਂਟ ਦੀ ਪ੍ਰੋਬਲਮ ਹੈ, ਠੀਕ ਹੈ, ਜਾਂ ਪ੍ਰਾਈਸ ਰਾਈਜ਼ ਹੈ, ਇਨਫਲੇਸ਼ਨ ਦੀ ਪ੍ਰੋਬਲਮ ਹੈ, ਤਾਂ ਉਹਨਾਂ ਨੂੰ ਕਿੱਦਾਂ ਮੈਜ਼ਰ ਕੀਤਾ ਜਾਊਗਾ। ਉਹਨਾਂ ਦੇ ਰਿਲੇਟਿਡ ਡਾਟਾ ਇਕੱਠਾ ਕੀਤਾ ਜਾਊਗਾ ਕਿ ਮੰਨ ਲਓ 2014-15 ਦੇ ਵਿੱਚ 20 ਲੱਖ ਪਰਸਨ ਅਨਇੰਪਲਾਇਡ ਸੀਗੇ ਔਰ 2015-16 ਦੇ ਵਿੱਚ ਇੰਨੇ ਲੱਖ ਪਰਸਨ ਅਨਇੰਪਲਾਇਡ ਸੀ। ਇੱਦਾਂ ਉਹਨਾਂ ਦਾ ਡਾਟਾ ਇਕੱਠਾ ਕੀਤਾ ਜਾਊਗਾ। ਉਸ ਡਾਟੇ ਦੇ ਅਕੋਰਡਿੰਗ ਇੱਕ ਪੂਰਾ ਟੇਬਲ ਬਣਾਇਆ ਜਾਊਗਾ ਜਿਹਦੇ ਤੋਂ ਆਪਾਂ ਕੰਪੈਰੀਜ਼ਨ ਕਰ ਸਕਦੇ ਹਾਂ ਕਿ ਅਨਇੰਪਲੋਇਮੈਂਟ ਪਹਿਲਾਂ ਨਾਲੋਂ ਵਧੀ ਹੈ ਜਾਂ ਘਟੀ ਹੈ। ਅਤੇ ਇਸ ਤਰੀਕੇ ਨਾਲ ਸਟੈਟ ਦਾ ਕੰਮ ਕੀ ਹੈ ਕਿ ਜਿਹੜੀਆਂ ਵੀ ਇਕਨੋਮਿਕ ਪ੍ਰੋਬਲਮਸ ਨੇ, ਕੋਈ ਵੀ ਐਨੀ ਇਕਨੋਮਿਕ ਪ੍ਰੋਬਲਮ ਨੂੰ ਆਪਾਂ ਕੁਆਂਟੀਟਿਵ ਐਕਸਪ੍ਰੈਸ਼ਨ ਮੀਨਸ ਨੰਬਰਸ ਦੀ ਫਾਰਮ ਦੇ ਵਿੱਚ ਦੱਸ ਸਕਦੇ ਹਾਂ। ਸੈਕੰਡ ਫੰਕਸ਼ਨ ਕੀ ਹੈ, ਇੰਟਰਸੈਕਟਰਲ ਐਂਡ ਇੰਟਰਟੈਂਪੋਰੀਅਲ ਕੰਪੈਰੀਜ਼ਨ। ਇੰਟਰਸੈਕਟਰਲ ਕੀ ਹੈ ਕਿ ਡਿਫਰੈਂਟ ਸੈਕਟਰਸ ਦੇ ਵਿੱਚ, ਠੀਕ ਹੈ, ਕਿ ਡਿਫਰੈਂਟ ਸੈਕਟਰਸ ਜਿੱਦਾਂ ਰੂਰਲ ਅਰਬਨ ਸੈਕਟਰ ਹੋ ਗਏ, ਪੇਂਡੂ ਅਤੇ ਸ਼ਹਿਰੀ ਖੇਤਰ ਹੋ ਗਏ, ਠੀਕ ਹੈ, ਇੱਦਾਂ ਅਲੱਗ-ਅਲੱਗ ਜਾਂ ਉਤਪਾਦਕ ਖੇਤਰ ਹੋ ਗਏ, ਸਰਕਾਰੀ ਖੇਤਰ ਹੋ ਗਏ, ਇੱਦਾਂ ਅਲੱਗ-ਅਲੱਗ ਖੇਤਰਾਂ ਦੇ ਵਿੱਚ ਜਦੋਂ ਕੰਪੈਰੀਜ਼ਨ ਕਰਨਾ ਉਹਨੂੰ ਇੰਟਰਸੈਕਟਰਲ ਕਹੀ ਜਾਂਦੇ ਆ। ਔਰ ਇੰਟਰਟੈਂਪੋਰੀਅਲ ਮੀਨਸ ਕਿ ਕਿੰਨਾ ਪਲੈਨਸ ਦੇ ਅਕੋਰਡਿੰਗ ਜੋ ਚੇਂਜ ਆਉਂਦਾ, ਜੋ ਯੋਜਨਾਵਾਂ ਦੇ ਇੱਕ ਲੰਬੇ ਸਮੇਂ ਦੇ ਵਿੱਚ ਜੋ ਚੇਂਜ ਆਉਂਦਾ ਉਹਨੂੰ ਇੰਟਰਟੈਂਪੋਰੀਅਲ ਬੋਲਦੇ ਹਾਂ, ਠੀਕ ਹੈ। ਤਾਂ ਇਸ ਤਰੀਕੇ ਨਾਲ ਇੰਟਰਸੈਕਟਰਲ ਕੰਪੈਰੀਜ਼ਨ ਦੇ ਵਿੱਚ ਆਪਾਂ ਕਹਿ ਦਾਂਗੇ ਕਿ ਜਿੱਦਾਂ ਰੂਰਲ ਔਰ ਅਰਬਨ ਸੈਕਟਰਸ ਦੇ ਵਿੱਚ ਬੇਰੁਜ਼ਗਾਰਾਂ ਦੀ ਸੰਖਿਆ ਕਿੰਨੀ ਹੈ, ਠੀਕ ਹੈ, ਜਾਂ ਟੈਂਪੋਰੀਅਲ ਦੇ ਵਿੱਚ ਕਹਿ ਦਾਂਗੇ ਕਿ ਜੋ ਚੇਂਜ ਆਇਆ ਕਿ ਇੱਕ 5 ਸਾਲਾ ਯੋਜਨਾ ਦੇ ਵਿੱਚ ਇੰਨੀ ਅਨਇੰਪਲੋਇਮੈਂਟ ਨੂੰ ਘਟਾਇਆ ਗਿਆ ਜਾਂ ਇੰਨੀ ਅਨਇੰਪਲੋਇਮੈਂਟ ਵਧੀ ਹੈ। ਤਾਂ ਇੱਦਾਂ ਦੀਆਂ ਗੱਲਾਂ ਜਦੋਂ ਕੀਤੀਆਂ ਜਾਣਗੀਆਂ ਤਾਂ ਉਹ ਹੋਣਗੀਆਂ ਇੰਟਰਸੈਕਟਰਲ ਐਂਡ ਇੰਟਰਟੈਂਪੋਰੀਅਲ ਕੰਪੈਰੀਜ਼ਨ, ਠੀਕ ਹੈ। ਉਹ ਵੀ ਕਿੱਦਾਂ ਹੋਊਗਾ, ਡਾਟਾ ਇਕੱਠਾ ਕੀਤਾ ਜਾਊਗਾ, ਜਿੱਦਾਂ ਰੂਰਲ ਅਤੇ ਅਰਬਨ ਦਾ ਇਕੱਠਾ ਕਰ ਲਿਆ, ਠੀਕ ਹੈ। ਤਾਂ ਉਹ ਡਾਟਾ ਵੀ ਸਟੈਟ ਦੇ ਵਿੱਚ ਹੀ ਆ ਗਿਆ। ਤਾਂ ਜੋ ਮੀਨਸ ਕੀ ਹੈ ਕਿ ਸਟੈਟ ਦਾ ਕੰਮ ਕੀ ਹੈ ਕਿ ਅਲੱਗ-ਅਲੱਗ ਖੇਤਰਾਂ ਦੇ ਨਾਲ ਸੰਬੰਧਿਤ ਅੰਕੜੇ ਇਕੱਠੇ ਕਰਨੇ ਅਤੇ ਉਹਨਾਂ ਦਾ ਕੰਪੈਰੀਜ਼ਨ ਕਰਨਾ ਆਪਸ ਦੇ ਵਿੱਚ ਕਿ ਕਿਹੜਾ ਕਿੱਥੇ ਜ਼ਿਆਦਾ ਹੈ ਪ੍ਰੋਬਲਮ ਹੈ, ਕਿੱਥੇ ਘੱਟ ਪ੍ਰੋਬਲਮ ਹੈ। ਜੋ ਵੀ ਆਪਾਂ ਸਟੱਡੀ ਕਰਦੇ ਹਾਂ ਉਹਨਾਂ ਦਾ ਆਪਸ ਦੇ ਵਿੱਚ ਕੰਪੈਰੀਜ਼ਨ ਕਰਨਾ। ਨੈਕਸਟ ਹੈਗਾ ਵਰਕਿੰਗ ਆਊਟ ਕਾਜ਼ ਐਂਡ ਇਫੈਕਟ ਰਿਲੇਸ਼ਨ। ਇਹਦੇ ਵਿੱਚ ਸਟੈਟ ਦਾ ਇੱਕ ਕੰਮ ਹੋਰ ਕੀ ਹੈ ਕਿ ਕਾਰਨ ਲੱਭਣੇ ਅਤੇ ਉਹ ਕਾਰਨਾਂ ਨੂੰ ਸੁਝਾਅ ਦੇਣੇ ਕਿ ਕਿਸ ਤਰੀਕੇ ਨਾਲ ਇਹ ਪ੍ਰੋਬਲਮ ਨੂੰ ਕਰੈਕਟ ਕੀਤਾ ਜਾ ਸਕਦਾ, ਠੀਕ ਹੈ। ਕਿ ਜਿੱਦਾਂ ਦੇਖੋ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਲੈ ਲਈ, ਜਿੱਦਾਂ ਪ੍ਰਾਈਸ ਐਂਡ ਡਿਮਾਂਡ ਦੀ ਲੈ ਲਈ ਕਿ ਜਿਹੜੀ ਡਿਮਾਂਡ ਹੈ ਉਹ ਜਦੋਂ ਆਪਾਂ ਪਿਛਲੇ 5 ਈਅਰਸ ਦਾ 10 ਈਅਰਸ ਦੀ ਨਾਲ ਰਿਲੇਟਿਡ ਡਿਮਾਂਡ ਦਾ ਡਾਟਾ ਇਕੱਠਾ ਕੀਤਾ ਤਾਂ ਦੇਖਿਆ ਕਿ ਡਿਮਾਂਡ ਅੱਗੇ ਨਾਲੋਂ ਘਟਦੀ ਪਈ ਹੈ। ਅਤੇ ਜਦੋਂ ਪਹਿਲਾਂ ਨਾਲੋਂ ਮੰਨ ਲਓ 2009 ਦੇ ਵਿੱਚ ਸੀਗੀ 10 ਲੱਖ ਯੂਨਿਟਸ ਦੀ ਡਿਮਾਂਡ, ਅਤੇ ਉਸ ਤੋਂ ਬਾਅਦ ਜੇ ਹੁਣ ਦਾ ਕੰਪੈਰੀਜ਼ਨ ਕਰੀਏ ਤਾਂ 5 ਲੱਖ ਯੂਨਿਟਸ ਰਹਿ ਗਈਆਂ। ਤਾਂ ਇਸ ਤਰੀਕੇ ਨਾਲ ਡਿਮਾਂਡ ਘਟੀ। ਤਾਂ ਉਹ ਘਟਣ ਦਾ ਕਾਰਨ ਕੀ ਹੋ ਸਕਦਾ, ਤਾਂ ਉਹਦਾ ਕਾਰਨ ਲੱਭਣਾ ਅਤੇ ਉਸ ਕਾਰਨ ਨੂੰ ਲੱਭ ਕੇ ਉਹਨੂੰ ਠੀਕ ਕਰਨ ਦੇ ਤਰੀਕੇ ਵੀ ਦੱਸਣੇ। ਜਿੱਦਾਂ ਉਹਦਾ ਕਾਰਨ ਹੋ ਸਕਦਾ ਕਿ ਕੀਮਤਾਂ ਵਿੱਚ ਵਾਧਾ ਹੋਣ ਦੇ ਨਾਲ ਆਪਣੀ ਮੰਗ ਘਟ ਗਈ, ਤਾਂ ਉਸ ਕੀਮਤਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹਦੇ ਨਾਲ ਮੰਗ ਨੂੰ ਦੁਬਾਰਾ ਤੋਂ ਵਧਾਇਆ ਜਾ ਸਕੇ। ਨੈਕਸਟ ਪੁਆਇੰਟ ਫੋਰਥ, ਕੰਸਟਰਕਸ਼ਨ ਆਫ ਇਕਨੋਮਿਕ ਥਿਊਰੀਜ਼ ਔਰ ਇਕਨੋਮਿਕ ਮਾਡਲਸ। ਕਿ ਕੋਈ ਵੀ ਜਿੱਦਾਂ ਮੰਨ ਲਓ ਆਪਾਂ ਕੋਈ ਵੀ ਥਿਊਰੀ ਬਣਾਉਣੀ ਹੈ, ਠੀਕ ਹੈ, ਕਿਸੇ ਵੀ ਟਾਈਪ ਦੀ ਥਿਊਰੀ ਬਣਾਉਣੀ ਹੋਵੇ, ਜਿਵੇਂ ਡਿਫਰੈਂਟ ਵੇਰੀਏਬਲਸ ਦੇ ਨਾਲ ਰਿਲੇਟਿਡ, ਜਿੱਦਾਂ ਡਿਮਾਂਡ ਐਂਡ ਪ੍ਰਾਈਸ ਨਾਲ ਰਿਲੇਟਿਡ, ਸਪਲਾਈ ਐਂਡ ਪ੍ਰਾਈਸ ਨਾਲ ਰਿਲੇਟਿਡ, ਠੀਕ ਹੈ, ਇਨਕਮ ਇੰਪਲੋਇਮੈਂਟ ਨਾਲ ਰਿਲੇਟਿਡ ਕੋਈ ਵੀ ਥਿਊਰੀ ਬਣਾਉਣੀ ਹੈ ਤਾਂ ਉਹਦੇ ਲਈ ਵੀ ਸਾਨੂੰ ਪਿਛਲੇ ਕਈ ਸਾਲਾਂ ਦਾ ਡਾਟਾ ਇਕੱਠਾ ਕਰਨਾ ਪਊਗਾ ਅਤੇ ਉਸ ਡਾਟੇ ਦੇ ਰਿਗਾਰਡਿੰਗ ਹੀ ਸਟੱਡੀ ਕਰਕੇ ਉਹ ਇੱਕ ਪਾਲਿਸੀ ਬਣਾਈ ਜਾਊਗੀ, ਠੀਕ ਹੈ। ਤਾਂ ਇਸ ਕਰਕੇ ਜੇ ਕੋਈ ਵੀ ਆਪਾਂ ਥਿਊਰੀ, ਕੋਈ ਵੀ ਸਿਧਾਂਤ ਬਣਾਉਣਾ ਤਾਂ ਉਸ ਸਿਧਾਂਤ ਦੇ ਲਈ ਸਾਨੂੰ ਪਿਛਲੇ ਕਈ ਸਾਲਾਂ ਦੇ ਅੰਕੜੇ ਚਾਹੀਦੇ ਹੁੰਦੇ ਨੇ। ਤਾਂ ਇਹ ਵੀ ਇੱਕ ਸਟੈਟ ਦਾ ਕੰਮ ਹੈ ਕਿ ਕੋਈ ਵੀ ਇਕਨੋਮਿਕ ਥਿਊਰੀ ਬਣਾਉਣੀ ਹੈ ਤਾਂ ਉਹਦੇ ਲਈ ਸਾਨੂੰ ਸਟੈਟ ਇਕੱਠਾ ਕਰਨਾ ਪਊਗਾ। ਇਕਨੋਮਿਕ ਫੋਰਕਾਸਟਿੰਗ ਦੇ ਵਿੱਚ ਜਿੱਦਾਂ ਆਪਾਂ ਇਹ ਦੇਖਣਾ ਕਿ ਪਿਛਲੇ ਕਈ ਸਾਲਾਂ ਦੇ ਵਿੱਚ ਉਹ ਪ੍ਰੋਬਲਮ, ਕੋਈ ਵੀ ਜੋ ਪ੍ਰੋਬਲਮ ਹੈ ਕਿ ਉਹ ਪਿਛਲੇ ਸਾਲਾਂ ਤੋਂ ਵਧੀ ਹੈ ਜਾਂ ਘਟੀ ਹੈ, ਤਾਂ ਉਸ ਅਕੋਰਡਿੰਗ ਅਸੀਂ ਨੈਕਸਟ ਈਅਰ ਦਾ ਅਨੁਮਾਨ ਲਗਾ ਸਕਦੇ ਕਿ ਹੁਣ ਉਹ ਪ੍ਰੋਬਲਮ ਕ੍ਰੀਏਟ ਹੋਊਗੀ ਜਾਂ ਨਹੀਂ ਹੋਊਗੀ। ਜਿੱਦਾਂ ਲੇਟੈਸਟ ਪ੍ਰੋਬਲਮ ਜਿੱਦਾਂ ਕਰੋਨਾ ਦੀ ਚੱਲ ਰਹੀ ਹੈ, ਤਾਂ ਕਰੋਨਾ ਜਿੱਦਾਂ ਪਿਛਲੇ ਸਾਲ ਵੀ ਵੱਧਦਾ ਸੀ ਅਤੇ ਹੁਣ ਉਸ ਨਾਲੋਂ ਜ਼ਿਆਦਾ ਵੱਧਦਾ ਪਿਆ। ਤਾਂ ਇਸ ਤਰੀਕੇ ਨਾਲ ਆਪਾਂ ਐਸਟੀਮੇਟ ਲਗਾ ਸਕਦੇ ਕਿ ਆਉਣ ਵਾਲੇ ਸਾਲ ਦੇ ਵਿੱਚ ਜੇ ਟਰੀਟਮੈਂਟ ਨਾ ਲੱਭਿਆ ਗਿਆ ਤਾਂ ਇਸ ਬਿਮਾਰੀ ਦੇ ਵਧਣ ਦੇ ਹੋਰ ਚਾਂਸਿਸ ਨੇ। ਤਾਂ ਇਸ ਤਰੀਕੇ ਨਾਲ ਕੋਈ ਵੀ ਪ੍ਰੋਬਲਮ ਹੈ, ਕਿਸੇ ਵੀ ਤਰ੍ਹਾਂ ਦੀ, ਚਾਹੇ ਕੋਈ ਇਕਨੋਮਿਕ ਪ੍ਰੋਬਲਮ ਹੈ, ਜਿੱਦਾਂ ਇਹ ਤਾਂ ਚਲੋ ਇੱਕ ਮੇਨ ਪ੍ਰੋਬਲਮ ਹੋ ਗਈ
ਇਸ ਤਰੀਕੇ ਨਾਲ ਜਿਹੜੀ ਆਪਣੀ ਕੋਈ ਇਕਨੋਮਿਕ ਪ੍ਰੋਬਲਮ ਹੋ ਜਾਂਦੀ ਹੈ, ਇਕਨੋਮਿਕ ਪ੍ਰੋਬਲਮ ਦੇ ਵਿੱਚ ਜਿੱਦਾਂ ਇਨਕਮ, ਅਨਇੰਪਲੋਇਮੈਂਟ, ਪਾਵਰਟੀ ਜੋ ਘਟਦੀ ਵੱਧਦੀ ਪਈ ਆ, ਉਸ ਰਿਗਾਰਡਿੰਗ ਅਸੀਂ ਅੱਗੇ ਫਿਊਚਰ ਦਾ ਅਨੁਮਾਨ ਲਗਾਇਆ ਕਿ ਪਾਵਰਟੀ ਪਿਛਲੇ ਸਾਲਾਂ ਤੋਂ ਵਧੀ ਆ ਤਾਂ ਆਉਣ ਵਾਲੇ ਸਾਲਾਂ 'ਚ ਵੀ ਵਧੂਗੀ ਉਹ, ਜੇ ਪਿਛਲੇ ਸਾਲਾਂ ਤੋਂ ਘਟਦੀ ਪਈ ਆ ਤਾਂ ਆਉਣ ਵਾਲੇ ਸਾਲਾਂ 'ਚ ਵੀ ਇਹ ਘਟੂਗੀ। ਨੈਕਸਟ ਹੈਗਾ ਫਾਰਮੂਲੇਸ਼ਨ ਆਫ ਪੋਲਿਸੀਜ਼। ਫਾਰਮੂਲੇਸ਼ਨ ਆਫ ਪੋਲਿਸੀਜ਼ ਦੇ ਵਿੱਚ ਕਿ ਗਵਰਨਮੈਂਟ ਜਾਂ ਫਾਈਨਾਂਸ ਮਿਨਿਸਟਰ ਹੈ, ਉਹਨੇ ਜਦੋਂ ਨੀਤੀਆਂ ਬਣਾਉਣੀਆਂ ਹੁੰਦੀਆਂ ਨੇ ਕਿ ਸਰਕਾਰ ਦੀ ਆਮਦਨ ਨੂੰ ਕਿੱਦਾਂ ਵਧਾਇਆ ਜਾਵੇ ਜਾਂ ਸਰਕਾਰ ਦੀ ਖਰਚ ਕਿੱਦਾਂ ਵਧਾਏ ਜਾਣ, ਜਾਂ ਕਹਿ ਲਓ ਕਿ ਜੋ ਟੈਕਸੇਸ਼ਨ ਦੀ ਪੋਲਿਸੀ ਹੈ ਉਹਨੂੰ ਕਿੱਦਾਂ ਇਨਕਰੀਜ਼ ਜਾਂ ਡਿਕਰੀਜ਼ ਕਰਨਾ, ਉਹਦੇ 'ਚ ਚੇਂਜਿਸ ਜੋ ਕਰਨੀਆਂ ਨੇ, ਉਹਦੇ ਲਈ ਕੀ ਕੀਤਾ ਜਾਊਗਾ। ਗਵਰਨਮੈਂਟ ਕੀ ਦੇਖੂਗੀ ਕਿ ਜੋ ਪਬਲਿਕ ਹੈ ਉਹਨਾਂ ਦੀ ਇਨਕਮ ਸੋਰਸ ਕਿੰਨਾ ਹੈ, ਉਹਨਾਂ ਦਾ ਇਨਕਮ ਸੋਰਸ ਜ਼ਿਆਦਾ ਤਾਂ ਟੈਕਸੇਸ਼ਨ ਪੋਲਿਸੀ 'ਚ ਇਨਕਰੀਜ਼ ਕੀਤਾ ਜਾਊਗਾ, ਜੇ ਉਹਨਾਂ ਦੀ ਇਨਕਮ ਘਟਦੀ ਪਈ ਹੈ ਤਾਂ ਉਹਨਾਂ ਦੀ ਟੈਕਸੇਸ਼ਨ ਪੋਲਿਸੀ ਦੇ ਵਿੱਚ ਡਿਕਰੀਜ਼ ਕੀਤਾ ਜਾਊਗਾ। ਠੀਕ ਹੈ, ਇਸ ਤਰੀਕੇ ਨਾਲ ਪੋਲਿਸੀਜ਼ ਨੂੰ ਬਣਾਉਣ ਦੇ ਵਿੱਚ ਵੀ ਕੀ ਹੈ, ਸਟੈਟ ਬਹੁਤ ਜ਼ਿਆਦਾ ਹੈਲਪ ਹੈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਡਾਟਾ ਪਿਛਲਾ ਪੁਰਾਣਾ ਡਾਟਾ ਦੇਖ ਕੇ ਹੀ ਕੀਤਾ ਜਾਊਗਾ। ਨੈਕਸਟ ਇਕਨੋਮਿਕ ਇਕੁਇਲਿਬਰਮ। ਇਕਨੋਮਿਕ ਇਕੁਇਲਿਬਰਮ ਦੇ ਵਿੱਚ ਇਹ ਦੇਖਿਆ ਜਾਊਗਾ ਕਿ ਇੱਕ ਕੰਜ਼ਿਊਮਰ ਨੂੰ ਆਪਣੀਆਂ ਚੀਜ਼ਾਂ ਕੰਜ਼ਿਊਮ ਕਰਨ ਦੇ ਨਾਲ ਵੱਧ ਤੋਂ ਵੱਧ ਕਦੋਂ ਸੈਟਿਸਫੈਕਸ਼ਨ ਹੁੰਦੀ ਆ, ਔਰ ਇੱਕ ਜਿਹੜਾ ਪ੍ਰੋਡਿਊਸਰ ਹੈ ਉਹ ਕਦੋਂ ਵੱਧ ਤੋਂ ਵੱਧ ਆਪਣੇ ਪ੍ਰੋਫਿਟਸ ਨੂੰ ਅਚੀਵ ਕਰਦਾ ਹੈ, ਕਦੋਂ ਉਹਨੂੰ ਵੱਧ ਤੋਂ ਵੱਧ ਲਾਭ ਹੁੰਦਾ ਹੈ ਅਤੇ ਕਿਹੜੀਆਂ ਵਸਤੂਆਂ ਨੂੰ ਵੇਚਣ ਦੇ ਨਾਲ ਉਹਨੂੰ ਵੱਧ ਤੋਂ ਵੱਧ ਲਾਭ ਹੁੰਦਾ ਜਾਂ ਕਿੰਨੀ ਕੀਮਤ 'ਤੇ ਵੇਚਣ ਨਾਲ, ਅਤੇ ਇੱਕ ਕੰਜ਼ਿਊਮਰ ਉਹਨਾਂ ਕਿਹੜੀਆਂ ਵਸਤੂਆਂ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰਦਾ ਉਹਨਾਂ ਨੂੰ ਖਰੀਦ ਕੇ। ਇਹ ਚੀਜ਼ਾਂ ਵੀ ਕਿੱਥੋਂ ਪਤਾ ਲੱਗੂਗਾ ਕਿ ਜੋ ਪਿਛਲੇ ਕਈ ਸਾਲਾਂ ਦੇ ਅੰਕੜਿਆਂ ਨੂੰ ਸਟੱਡੀ ਕਰਕੇ। ਠੀਕ ਹੈ, ਇਹ ਵੀ ਇੱਕ ਸਟੈਟ ਦਾ ਮੇਨ ਫੰਕਸ਼ਨ ਹੈ। ਨੈਕਸਟ ਟੌਪਿਕ ਡਿਸਟਰਸਟ ਆਫ ਸਟੈਟ। ਡਿਸਟਰਸਟ ਆਫ ਸਟੈਟ ਦੇ ਵਿੱਚ ਕੀ ਹੈ ਕਿ ਜਿਹੜੀ ਕੁਛ ਲੋਕ ਇੱਦਾਂ ਸੋਚਦੇ ਨੇ ਕਿ ਸਟੈਟ ਦੇ ਵਿੱਚ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਕਿ ਸਟੈਟ 'ਤੇ ਜੋ ਅੰਕੜੇ ਇਕੱਠੇ ਕੀਤੇ ਹੁੰਦੇ ਨੇ ਕਿ ਝੂਠ ਦੀ ਪੰਡ ਹੁੰਦੇ ਨੇ, ਕਿ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਅਸੀਂ ਆਪ ਵਧਾ ਘਟਾ ਸਕਦੇ ਹਾਂ। ਠੀਕ ਹੈ, ਅਤੇ ਇਸ ਤਰੀਕੇ ਨਾਲ ਜਿੱਦਾਂ ਦੇਖੋ ਸਮ ਪੀਪਲ ਹੈਵ ਮਿਸਗਿਵਿੰਗਸ ਅਬਾਊਟ ਸਟੈਟ ਐਂਡ ਮੇਕ ਓਬਜ਼ਰਵੇਸ਼ਨਸ ਲਾਈਕ ਦਾ ਫੋਲੋਵਿੰਗ। ਅਤੇ ਕਈਆਂ ਨੂੰ ਇੱਦਾਂ ਲੱਗਦਾ ਕਿ ਸਟੈਟ ਇੱਕ ਗਲਤ ਚੀਜ਼ ਹੈ। ਠੀਕ ਹੈ, ਮੀਨਸ ਜਿਹਨੂੰ ਕਿ ਅਸੀਂ ਜੋ ਆਪਣੀ ਮਰਜ਼ੀ ਦੇ ਨਾਲ ਜਿੱਦਾਂ ਮਰਜ਼ੀ ਚਾਹੀਏ ਉੱਦਾਂ ਤਾਂ ਬਣਾ ਸਕਦੇ ਹਾਂ। ਠੀਕ ਹੈ, ਅਤੇ ਇਸ ਰਿਗਾਰਡਿੰਗ ਕੀ ਉਹਨਾਂ ਨੇ ਓਬਜ਼ਰਵੇਸ਼ਨਸ ਕੀਤੀਆਂ ਨੇ। ਫਸਟ ਹੈ ਸਟੈਟ ਇਜ਼ ਦਾ ਰੇਨਬੋ ਆਫ ਲਾਈਜ਼। ਕਹਿੰਦਾ ਜਿਹੜੀ ਸਟੈਟ ਹੈ ਉਹ ਇੱਕ ਝੂਠੀ ਸਤਰੰਗੀ ਪੀਂਘ ਆ। ਠੀਕ ਹੈ, ਕਿ ਇਹਨੂੰ ਜਿੱਦਾਂ ਮਰਜ਼ੀ ਚਾਹੀਏ ਅਸੀਂ ਬਹੁਤ ਜ਼ਿਆਦਾ ਜੇ ਆਪਾਂ ਨੂੰ ਲੱਗਦਾ ਕਿ ਅਸੀਂ ਕਿਸੇ ਪ੍ਰੋਬਲਮ ਨੂੰ ਖ਼ਤਮ ਕਰਨ ਦੇ ਨੇੜੇ ਕਰਨਾ ਹੈ ਤਾਂ ਅਸੀਂ ਉਹਨੂੰ ਡਾਟੇ ਨੂੰ ਬਹੁਤ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ। ਠੀਕ ਹੈ, ਸੈਕਿੰਡ ਸਟੈਟਸ ਆਰ ਟਿਸ਼ੂਜ਼ ਆਫ ਫਾਲਸਹੁੱਡ। ਕਹਿੰਦਾ ਸਟੈਟ ਦੇ ਵਿੱਚ ਝੂਠ ਦੇ ਸਾਰੇ ਟਿਸ਼ੂ ਪਾਏ ਜਾਂਦੇ ਨੇ, ਝੂਠ ਦੇ ਟਿਸ਼ੂ ਪਾਏ ਜਾਂਦੇ ਨੇ, ਮੀਨਸ ਕਹਿ ਲਓ ਇਹਦੇ ਵਿੱਚ ਹਰ ਇੱਕ ਚੀਜ਼ ਝੂਠ ਹੀ ਹੁੰਦੀ ਹੈ, ਕਿ ਕੋਈ ਇਹ ਨਹੀਂ ਕਿ ਕਰੈਕਟ ਡਾਟਾ ਕਲੈਕਟ ਕੀਤਾ ਜਾਂਦਾ, ਠੀਕ ਸਹੀ ਡਾਟਾ ਕਲੈਕਟ ਨਹੀਂ ਕੀਤਾ ਜਾਂਦਾ, ਇਹਨੂੰ ਆਪਣੇ ਕੋਲੋਂ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ। ਨੈਕਸਟ ਸਟੈਟ ਕੈਨ ਪ੍ਰੂਵ ਐਨੀਥਿੰਗ। ਸਟੈਟ ਦੇ ਨਾਲ ਜੇ ਦੇਖੋ ਮੰਨ ਲਓ ਆਪਾਂ ਇਕੋਨਮੀ ਦੇ ਵਿੱਚ ਗਰੀਬੀ ਦੀ ਸਮੱਸਿਆ ਨੂੰ ਜ਼ਿਆਦਾ ਸ਼ੋਅ ਕਰਨਾ ਤਾਂ ਅਸੀਂ ਸਟੈਟ ਨੂੰ ਉੱਦਾਂ ਅੰਕੜੇ ਉੱਦਾਂ ਦੇ ਦਿਖਾ ਦਾਂਗੇ। ਠੀਕ ਹੈ, ਜੇ ਆਪਾਂ ਨੂੰ ਲੱਗਦਾ ਕਿ ਅਸੀਂ ਨਹੀਂ ਉਸ ਚੀਜ਼ ਨੂੰ ਪ੍ਰੂਵ ਕਰਨਾ, ਸਟੈਟ ਕੈਨ ਨਾਟ ਪ੍ਰੂਵ ਐਨੀਥਿੰਗ। ਜੇ ਲੱਗਦਾ ਕਿ ਉਹ ਚੀਜ਼ ਨੂੰ ਬਿਲਕੁਲ ਖਤਮ ਕਰਨਾ, ਕਿ ਪਾਵਰਟੀ ਹੈ ਹੀ ਨਹੀਂ, ਫਿਰ ਅਸੀਂ ਉੱਦਾਂ ਦੇ ਡਾਟੇ ਦੇ ਦਾਂਗੇ ਖਤਮ ਕਰਨ ਵਾਲੇ, ਨੈਗੇਟਿਵ 'ਚ ਸ਼ੋਅ ਕਰ ਦਾਂਗੇ। ਨੈਕਸਟ ਕਹਿੰਦਾ ਸਟੈਟ ਆਰ ਲਾਈਕ ਦਾ ਕਲੇ of which you can make God or devil as you please। ਕਹਿੰਦਾ ਜੋ ਸਟੈਟ ਹੈ ਉਹ ਇੱਕ ਇੱਦਾਂ ਦੀ ਕਲੇ ਆ ਜਿਹਦੇ ਨਾਲ ਤੁਸੀਂ ਚਾਹੇ ਗੋਡ ਦੇ ਸਟੈਚੂ ਬਣਾ ਲਓ, ਚਾਹੇ ਤੁਸੀਂ ਡੈਵਿਲ ਮੀਨਸ ਸ਼ੈਤਾਨ ਦਾ ਸਟੈਚੂ ਬਣਾ ਲਓ। ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿਸੇ ਪ੍ਰੋਬਲਮ ਨੂੰ ਕਿਸ ਤਰੀਕੇ ਨਾਲ ਪੇਸ਼ ਕਰਨਾ ਚਾਹੁੰਦੇ ਹੋ। ਜੇ ਤੁਸੀਂ ਉਹਨੂੰ ਗੁੱਡ ਪੇਸ਼ ਕਰਨਾ ਚਾਹੁੰਦੇ ਹੋ ਤਾਂ ਆਪਣੇ ਡਾਟੇ ਨੂੰ ਵਧੀਆ ਸ਼ੋਅ ਆਫ ਕਰੋਗੇ, ਵਧੀਆ ਰਿਪਰੈਜ਼ੈਂਟ ਕਰੋਗੇ। ਜੇ ਤੁਹਾਨੂੰ ਲੱਗਦਾ ਕਿ ਅਸੀਂ ਨਹੀਂ ਉਹਨੂੰ ਸ਼ੋਅ ਠੀਕ ਕਰਨਾ ਤਾਂ ਉਹਨੂੰ ਤੁਸੀਂ ਨੈਗੇਟਿਵ ਜਾਂ ਕਹਿ ਲਓ ਵੀ ਉਹਨੂੰ ਵਧਾ ਚੜਾ ਕੇ ਦੱਸੋਗੇ। ਗੁੱਡ ਮਾਰਨਿੰਗ ਸਟੂਡੈਂਟਸ, ਟੁਡੇ ਦੀ ਸਟੈਟ ਦਾ ਚੈਪਟਰ ਨੰਬਰ 9 ਮੈਜ਼ਰਸ ਆਫ ਸੈਂਟਰਲ ਟੈਂਡੈਂਸੀ ਅਰਿਥਮੈਟਿਕ ਮੀਨ। ਮੈਜ਼ਰਸ ਆਫ ਸੈਂਟਰਲ ਟੈਂਡੈਂਸੀ ਦੇ ਵਿੱਚ ਕੀ ਹੈ, ਜਿਹੜੀ ਕੇਂਦਰੀ ਪ੍ਰਵਿਰਤੀ ਹੈ, ਪਹਿਲਾਂ ਤੁਹਾਨੂੰ ਉਹਦਾ ਮੀਨਿੰਗ ਪਤਾ ਹੋਣਾ ਚਾਹੀਦਾ ਕਿ ਸੈਂਟਰਲ ਟੈਂਡੈਂਸੀ ਕੀ ਹੈ। ਇਹ ਸੈਂਟਰਲ ਟੈਂਡੈਂਸੀ ਰੈਫਰਸ ਟੂ ਅ ਸੈਂਟਰ ਵੈਲਿਊ ਔਰ ਰਿਪਰੈਜ਼ੈਂਟੇਟਿਵ ਵੈਲਿਊ ਆਫ ਦ ਸਟੈਟਿਸਟੀਕਲ ਸੀਰੀਜ਼। ਕਹਿੰਦਾ ਜਿਹੜੀ ਸੈਂਟਰਲ ਟੈਂਡੈਂਸੀ ਹੈ, ਮੰਨ ਲਓ ਇੱਕ ਸੀਰੀਜ਼ ਹੈ, ਉਹ ਸੀਰੀਜ਼ ਦੇ ਵਿੱਚ ਇੱਕ ਇੱਦਾਂ ਦੀ ਵੈਲਿਊ ਹੋਊਗੀ ਜਿਹੜੀ ਕਿ ਪੂਰੀ ਸੀਰੀਜ਼ ਨੂੰ ਰਿਪਰੈਜ਼ੈਂਟ ਕਰੂਗੀ। ਠੀਕ ਹੈ, ਉਹਦੇ 'ਚੋਂ ਜਿਹਦੇ 'ਚ ਉਹ ਸਾਰੀ ਸੀਰੀਜ਼ ਦੇ ਨੀਅਰ ਅਬਾਊਟ ਵੈਲਿਊਜ਼ ਹੋਣਗੀਆਂ। ਠੀਕ ਹੈ, ਜਿੱਦਾਂ ਮੰਨ ਲਓ ਆਪਾਂ ਕੋਈ ਵੀ ਨੰਬਰਸ ਲੈ ਲਏ 5, 15, 20, 25, 30, ਇਹਨਾਂ ਦੇ ਵਿੱਚ ਆਪਾਂ ਕੋਈ ਇੱਦਾਂ ਦੀ ਵੈਲਿਊ ਲੈਣੀ। ਦੇਖੋ ਜਿੱਦਾਂ ਆਪਾਂ 20 ਲੈ ਲਿਆ ਕਿ 25, 15, 25, 30 ਸਾਰਿਆਂ ਦੇ ਨੀਅਰ ਅਬਾਊਟ ਆਉਂਦਾ ਨਾ, ਮੀਨਸ ਸਾਰੀਆਂ ਵੈਲਿਊਜ਼ ਨੂੰ ਕੀ ਕਰਦਾ ਪਿਆ, ਰਿਪਰੈਜ਼ੈਂਟ ਕਰਦਾ ਪਿਆ, ਉਹਨੂੰ ਬੋਲਾਂਗੇ ਸੈਂਟਰਲ ਟੈਂਡੈਂਸੀ। ਠੀਕ ਹੈ,
ਜਿਹੜੀ ਕਿ ਉਹ ਵੈਲਿਊ ਜਿਹੜੀ ਕਿ ਸਾਰੀ ਸੀਰੀਜ਼ ਰਿਪਰੈਜ਼ੈਂਟ ਕਰਦੀ ਹੈ। ਅਕੋਰਡਿੰਗ ਟੂ ਕਲਾਰਕ ਐਨ ਐਵਰੇਜ ਇਜ਼ ਅ ਫਿਗਰ ਡੈਟ ਰਿਪਰੈਜ਼ੈਂਟ ਦਾ ਹੋਲ ਗਰੁੱਪ। ਕਹਿੰਦਾ ਜਿਹੜੀ ਐਵਰੇਜ ਹੈ ਉਹ ਕੀ ਹੁੰਦੀ ਹੈ ਕਿ ਜਿਹੜੀ ਪੂਰੇ ਗਰੁੱਪ ਨੂੰ ਰਿਪਰੈਜ਼ੈਂਟ ਕਰਦੀ ਹੈ। ਠੀਕ ਹੈ, ਸੇਮ ਇੱਦਾਂ ਜਿੱਦਾਂ ਆਪਾਂ ਨੰਬਰਸ ਲੈ ਲਏ 10 20 30 20 40 50। ਆਪਾਂ ਕੀ ਕੀਤਾ ਇਹਨਾਂ ਸਾਰਿਆਂ ਨੂੰ ਪਲੱਸ ਕੀਤਾ, ਪਲੱਸ ਕਰਕੇ ਕਿੰਨਾ ਆ ਗਿਆ 10 'ਚ 20 ਪਲੱਸ ਕੀਤੇ 30 30 'ਚ 30 ਪਲੱਸ ਕੀਤੇ 60 100 150 150 ਨੰਬਰ ਆਫ ਟਰਮਸ ਕਿੰਨੀਆਂ ਟਰਮਸ ਨੇ 1 2 3 4 5 5 ਨਾਲ ਡਿਵਾਈਡ ਕੀਤਾ ਕਿੰਨਾ ਆ ਗਿਆ ਆਪਣੇ ਕੋਲ 30। ਤਾਂ ਸੈਂਟਰਲ ਵੈਲਿਊ ਇਹ ਆ ਗਈ ਨਾ, ਇਹ ਕੀ ਆ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੀ ਹੈ ਕਿ 30 10 ਦੇ 10 ਵੀ ਦੇ ਨੀਅਰ ਅਬਾਊਟ 20 ਵੀ 40 ਤੋਂ ਅੱਗੇ ਬਿਗੇਸਟ ਵੈਲਿਊ ਔਰ 50 ਵੀ ਜਿਹੜੀ ਵੀ 30 ਵੈਲਿਊ ਆਈ ਇਹ ਆਪਣੀ ਐਵਰੇਜ ਆ ਗਈ। ਠੀਕ ਹੈ, ਨੈਕਸਟ ਟਾਈਪਸ ਆਫ ਸਟੈਟਿਸਟੀਕਲ ਐਵਰੇਜ। ਟਾਈਪਸ ਕੀ ਨੇ ਐਵਰੇਜ ਦੀਆਂ? ਇੱਕ ਤਾਂ ਮੈਥਮੈਟੀਕਲ ਐਵਰੇਜ ਹੈ, ਦੂਸਰੀ ਪੋਜੀਸ਼ਨਲ ਐਵਰੇਜ ਹੈ। ਜਿਹੜੀ ਮੈਥਮੈਟੀਕਲ ਐਵਰੇਜ ਹੈ ਉਹਦੇ ਵਿੱਚ ਇੱਕ ਆਉਂਦੀ ਹੈ ਅਰਿਥਮੈਟਿਕ ਮੀਨ, ਜਿਓਮੈਟ੍ਰਿਕ ਮੀਨ, ਹਾਰਮੋਨਿਕ ਮੀਨ। ਔਰ ਜਿਹੜੀ ਪੋਜੀਸ਼ਨਲ ਐਵਰੇਜ ਹੈ ਉਹਦੇ ਵਿੱਚ ਮੀਡੀਅਨ, ਪਾਰਟੀਸ਼ਨ ਵੈਲਿਊ ਐਂਡ ਮੋਡ। ਫਸਟ ਆਪਾਂ ਕਰਨਾ ਅਰਿਥਮੈਟਿਕ ਮੀਨ, ਇਹਦੇ ਵਿੱਚ ਜਿਓਮੈਟ੍ਰਿਕ ਮੀਨ ਤੇ ਹਾਰਮੋਨਿਕ ਮੀਨ ਨਹੀਂ ਕਰਨਾ, ਫਸਟ ਅਰਿਥਮੈਟਿਕ ਮੀਨ ਹੀ ਕਰਨਾ। ਅਰਿਥਮੈਟਿਕ ਮੀਨ ਦਾ ਕੀ ਫਾਰਮੂਲਾ ਹੋਊਗਾ ਕਿ ਟੋਟਲ ਵੈਲਿਊਜ਼ ਜਿੰਨੀਆਂ ਵੈਲਿਊਜ਼ ਨੇ ਉਹਨਾਂ ਦਾ ਟੋਟਲ ਡਿਵਾਈਡਡ ਬਾਈ ਨੰਬਰ ਆਫ ਟਰਮਸ। ਉਹਨੂੰ ਨੰਬਰ ਆਫ ਟਰਮਸ ਨਾਲ ਕੀ ਕਰ ਦਿਓ, ਡਿਵਾਈਡ ਕਰ ਦਿਓ। ਠੀਕ ਹੈ, ਇਸ ਤੋਂ 10th ਦੇ ਵਿੱਚ ਵੀ ਕੀਤਾ। ਜਿੱਦਾਂ ਤੁਸੀਂ ਇਹਨੂੰ ਇੱਦਾਂ ਵੀ ਲਿਖ ਸਕਦੇ ਹੋ ਕਿ ਮੀਨ ਇਕੁਅਲਸ ਟੂ ਸਮੇਸ਼ਨ ਐਕਸ ਅਪੋਨ ਐਨ। ਉਸ ਤੋਂ ਬਾਅਦ ਟਾਈਪਸ ਆਫ ਅਰਿਥਮੈਟਿਕ ਮੀਨ ਜਿਹੜੀਆਂ ਨੇ ਕਿਹੜੀਆਂ ਨੇ, ਪਹਿਲਾਂ ਆਪਾਂ ਕਿਹਦੀਆਂ ਕੀਤੀਆਂ ਨੇ, ਐਵਰੇਜ ਦੀਆਂ ਟਾਈਪਸ ਕੀਤੀਆਂ ਨੇ। ਠੀਕ ਹੈ, ਹੁਣ ਕਰਨੀਆਂ ਨੇ ਅਰਿਥਮੈਟਿਕ ਮੀਨ ਦੀਆਂ। ਅਰਿਥਮੈਟਿਕ ਮੀਨ ਦੇ ਵਿੱਚ ਕਿਹੜੀਆਂ ਨੇ, ਇੱਕ ਤਾਂ ਸਿੰਪਲ ਹੈ ਅਰਿਥਮੈਟਿਕ ਮੀਨ, ਸੈਕਿੰਡ ਵੇਟਡ ਅਰਿਥਮੈਟਿਕ ਮੀਨ। ਸਿੰਪਲ ਅਰਿਥਮੈਟਿਕ ਮੀਨ ਦੇ ਅੱਗੇ ਆਪਾਂ ਕਰਨੇ ਆ ਮੇਨ, ਪਹਿਲਾਂ 3 ਸੀਰੀਜ਼ ਨੇ, ਇੰਡੀਵਿਜੂਅਲ ਸੀਰੀਜ਼, ਡਿਸਕ੍ਰੀਟ ਸੀਰੀਜ਼, ਕੰਟੀਨਿਊਸ ਸੀਰੀਜ਼। ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਓਨਲੀ ਐਕਸ ਗਿਵਨ ਹੁੰਦਾ। ਠੀਕ ਹੈ, ਜਿੱਦਾਂ 1 3 5 ਜਾਂ ਕੁਛ ਵੀ ਹੋਵੇ। ਤੇ ਡਿਸਕ੍ਰੀਟ ਸੀਰੀਜ਼ ਦੇ ਵਿੱਚ ਐਕਸ ਦੇ ਨਾਲ ਉਹਦੀ ਫ੍ਰੀਕੁਐਂਸੀ ਵੀ, ਜਿੱਦਾਂ 11 12 13 ਦਿੱਤਾ ਹੋਇਆ ਤਾਂ 11 ਕਿੰਨੀ ਵਾਰ ਆਇਆ, ਜਿਵੇਂ 4 ਟਾਈਮ ਆਉਂਦਾ ਹੈ, 12 ਆਉਂਦਾ 3 ਟਾਈਮ ਆਉਂਦਾ, 13 ਹੈ 6 ਟਾਈਮ ਆਉਂਦਾ। ਆਹ ਕੀ ਇਹਦੀ ਫ੍ਰੀਕੁਐਂਸੀ ਹੋਊਗੀ। ਨੈਕਸਟ ਜਿਹੜੀ ਕੰਟੀਨਿਊਸ ਸੀਰੀਜ਼ ਹੈ ਕਲਾਸ ਇੰਟਰਵਲ ਦੇ ਨਾਲ ਉਹਦੀ ਫ੍ਰੀਕੁਐਂਸੀ ਗਿਵਨ ਹੋਊਗੀ, 0 to 10 10 to 20 ਤਾਂ ਇੰਟਰਵਲਸ ਗਿਵਨ ਹੋਣਗੇ ਅਤੇ ਨਾਲ ਉਹਦੀ ਫ੍ਰੀਕੁਐਂਸੀ ਗਿਵਨ ਹੋਊਗੀ। ਠੀਕ ਹੈ, ਫਸਟ ਆਪਾਂ ਕਰਨੀ ਹੈ ਇੰਡੀਵਿਜੂਅਲ ਸੀਰੀਜ਼। ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਫਸਟ ਕਰਨਾ ਆਪਾਂ ਡਾਇਰੈਕਟ ਮੈਥਡ। ਡਾਇਰੈਕਟ ਮੈਥਡ ਦੇ ਵਿੱਚ ਜਿੱਦਾਂ ਆਪਾਂ ਨੂੰ ਐਕਸ ਦਿੱਤਾ ਹੋਇਆ ਇਹ 15 20 30 22 25 18 40 50 55 65। ਇਹ ਆਪਾਂ ਨੂੰ ਅੱਗੇ ਪਿੱਛੇ ਨਾ ਇਨਕਰੀਜ਼ਿੰਗ ਆਰਡਰ 'ਚ ਨਾ ਡਿਕਰੀਜ਼ਿੰਗ ਆਰਡਰ 'ਚ। ਆਪਾਂ ਕੀ ਕਰਨਾ, ਸਭ ਤੋਂ ਪਹਿਲਾਂ ਇਹਨਾਂ ਸਾਰੀ ਸੀਰੀਜ਼ ਦਾ ਪਲੱਸ ਕਰ ਲੈਣਾ। ਸਮੇਸ਼ਨ ਐਕਸ ਕਿੰਨਾ ਆ ਗਿਆ 340। ਫਿਰ ਉਸ ਤੋਂ ਬਾਅਦ ਕੀ ਕਰਨਾ, ਫਾਰਮੂਲਾ ਅਪਲਾਈ ਕਰਨਾ ਹੈ ਮੀਨ ਇਕੁਅਲਸ ਟੂ ਸਮੇਸ਼ਨ ਐਕਸ ਅਪੋਨ ਐਨ। ਮੀਨਸ ਇਹਨੂੰ ਸਮੇਸ਼ਨ ਬੋਲਦੇ ਆ, ਸਮੇਸ਼ਨ ਦਾ ਸਾਈਨ ਮੀਨਸ ਪਲੱਸ, ਸਾਰੀਆਂ ਜਿਹੜੀ ਚੀਜ਼ ਦੇ ਅੱਗੇ ਲੱਗਿਆ ਉਹਦਾ ਪਲੱਸ। ਤਾਂ ਸਮੇਸ਼ਨ ਐਕਸ ਸਮ ਆਫ ਐਕਸ ਸੀਰੀਜ਼ ਐਂਡ ਐਨ ਨੰਬਰ ਆਫ ਟਰਮਸ, ਮੀਨ ਕਿੰਨੀਆਂ ਟਰਮਸ ਦਿੱਤੀਆਂ ਹੋਈਆਂ ਨੇ। ਤਾਂ ਕਿੰਨੀਆਂ ਟਰਮਸ ਸੀਗੀਆਂ ਇੱਥੇ ਆਪਣੇ ਕੋਲ 10 1 2 3 4 5 6 7 8 9 10। ਤਾਂ ਕਿੰਨਾ ਆ ਗਿਆ ਮੀਨ ਇਕੁਅਲਸ ਟੂ 340 ਡਿਵਾਈਡਡ ਬਾਈ 10, ਮੀਨ ਆ ਗਿਆ 34।